ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਯੁੱਗ ਵਿੱਚ ਗਿਆਨ ਦਾ ਬਹੁਤ ਫੈਲਾਅ ਹੋ ਚੁੱਕਾ ਹੈ। ਹਰ ਕੋਈ ਧਰਮ ਪ੍ਰਤੀ ਆਪਣੇ ਸ਼ੰਕਿਆਂ ਦੀ ਨਿਵਰਤੀ ਚਾਹੁੰਦਾ ਹੈ। ਬਹੁਤ ਸਾਰੇ ਸੱਜਣ ਇਹ ਸਵਾਲ ਕਰਦੇ ਹਨ ਕਿ ਅਰਦਾਸ ਵਿੱਚ ਜੋ ਭਗਉਤੀ ਸ਼ਬਦ ਹੈ ਇਹ ਕਿਸ ਤਰ੍ਹਾਂ ਆਇਆ, ਇਸ ਦੇ ਕੀ ਅਰਥ ਹਨ, ਇਹ ਕਦੋਂ ਤੋਂ ਜੋੜਿਆ ਗਿਆ, ਕਿ ਇਹ ਅਰਦਾਸ ਗੁਰੂ ਸਾਹਿਬਾਨ ਨੇ ਬਣਾਈ ਹੈ ਜਾਂ ਬਾਅਦ ਵਿੱਚ ਬਣੀ ਹੈ। ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰਸ਼ਨ ਸਰੋਤਿਆਂ ਦੇ ਮਨਾਂ ਵਿੱਚ ਹਨ। ਸੋ ਆਓ ਆਪਾਂ ਇਸ ਭਗਉਤੀ ਸ਼ਬਦ ਬਾਰੇ ਵਿਚਾਰ ਕਰਦੇ ਹਾਂ, ਜਿਹੜਾ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਕੀਤੀ ਅਰਦਾਸ ਵਿੱਚ ਸ਼ਾਮਲ ਹੈ। ਅਤੇ ਇਹ ਅਰਦਾਸ ਜਿਹੜੀ ਹੈ ਇਸ ਬਾਰੇ ਵਿਚਾਰ ਕਰਦੇ ਹਾਂ ਕਦੋਂ ਬਣੀ ਹੈ। ਮੌਜੂਦਾ ਜੋ ਅਰਦਾਸ ਹੈ ਇਸ ਦਾ ਸਰੂਪ ਸਾਨੂੰ ਸਿੱਖ ਰਹਿਤ ਮਰਿਆਦਾ ਵਿੱਚ ਬਣਾਇਆ ਹੋਇਆ ਮਿਲਦਾ ਹੈ। ਇਹ ਸਰੂਪ ਸਨ 1469 ਤੋਂ ਲੈ ਕੇ 1930 ਤੱਕ ਇਹ ਨਹੀਂ ਸੀ। ਭਾਵੇਂ ਕਿ ਜੋ ਮੌਜੂਦਾ ਅਰਦਾਸ ਕੀਤੀ ਜਾਂਦੀ ਹੈ ਇਹ 1930 ਤੱਕ ਹੋਂਦ ਵਿੱਚ ਨਹੀਂ ਸੀ। ਇਸ ਦੀ ਹੋਂਦ ਕਦੋਂ ਬਣਦੀ ਹੈ? ਅੰਗਰੇਜ਼ੀ ਰਾਜ ਸਮੇਂ 16 ਨਵੰਬਰ 1920 ਨੂੰ ਸਿੱਖਾਂ ਨੇ ਇੱਕ ਇਕੱਠ ਕੀਤਾ ਜਿਸ ਵਿੱਚ 175 ਮੈਂਬਰ ਚੁਣ ਕੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਇਸ ਕਮੇਟੀ ਵਿੱਚ 36 ਮੈਂਬਰ ਉਹ ਵੀ ਲਏ ਗਏ ਜਿਹੜੇ ਉਸ ਸਮੇਂ ਦੀ ਅੰਗਰੇਜ਼ੀ ਸਰਕਾਰ ਵੱਲੋਂ ਚੁਣ ਕੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ ਇੱਕ ਕਮੇਟੀ ਬਣਾਈ ਸੀ। ਸੋ ਸਰਕਾਰੀ ਮੈਂਬਰ ਜਿਨ੍ਹਾਂ ਦੀ ਗਿਣਤੀ 36 ਸੀ ਉਹਨਾਂ ਨੂੰ ਸ਼ਾਮਲ ਕਰਕੇ ਸਿੱਖਾਂ ਨੇ 175 ਮੈਂਬਰੀ ਇੱਕ ਕਮੇਟੀ ਬਣਾਈ। ਇਹ ਗੱਲ 16 ਨਵੰਬਰ 1920 ਦੀ ਹੈ। ਇਹ ਕਮੇਟੀ ਅੱਗੇ ਜਾ ਕੇ 30 ਅਪ੍ਰੈਲ ਸੰਨ 1921 ਨੂੰ ਇੱਕ ਬੋਰਡ ਵਜੋਂ ਰਜਿਸਟਰਡ ਹੋਈ ਅੰਗਰੇਜ਼ੀ ਰਾਜ ਸਮੇਂ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਿਆ। ਫਿਰ ਇਸ ਕਮੇਟੀ ਨੇ 4 ਅਕਤੂਬਰ 1931 ਵਿੱਚ 25 ਵਿਅਕਤੀਆਂ ਦੀ ਇੱਕ ਸਬ ਕਮੇਟੀ ਬਣਾ ਦਿੱਤੀ। ਕਿਸ ਵਾਸਤੇ? ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕਰਨ ਲਈ। ਸੋ ਇਹ ਤਾਂ ਸਪਸ਼ਟ ਹੈ ਕਿ ਉਸ ਸਮੇਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ 36 ਮੈਂਬਰ ਸਰਕਾਰੀ ਵੀ ਹਨ, ਅੰਗਰੇਜ਼ੀ ਸਰਕਾਰ ਵੱਲੋਂ ਚੁਣੇ ਗਏ ਵੀ ਹਨ, ਜਿਨ੍ਹਾਂ ਦੀ ਨੀਤ ਕਹਿ ਸਕਦੇ ਹਾਂ ਸਿੱਖੀ ਦੇ ਹੱਕ ਵਿੱਚ ਨਹੀਂ ਸੀ, ਜਿਨ੍ਹਾਂ ਦੇ ਵਿਚਾਰ ਸਿੱਖੀ ਵਧਣ ਫੁੱਲਣ ਦੇ ਵਾਲੇ ਨਹੀਂ ਸਨ, ਜਿਨ੍ਹਾਂ ਦੇ ਵਿਚਾਰ ਸਿੱਖੀ ਨੂੰ ਢਾਹ ਲਾਉਣ ਦੇ ਸਨ, ਕਿਉਂਕਿ ਅੰਗਰੇਜ਼ਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧੀਨ ਰੱਖਿਆ ਹੋਇਆ ਸੀ ਤੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਪ੍ਰਬੰਧਕ ਸਨ ਉਹ ਮਨਮਾਨੀਆਂ ਕਰ ਰਹੇ ਸਨ ਅੰਗਰੇਜ਼ੀ ਰਾਜ ਸਮੇਂ। ਤੇ ਇਸ ਕਰਕੇ 36 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਸਨ ਉਹ ਵੀ ਸ਼੍ਰੋਮਣੀ ਕਮੇਟੀ ਵਿੱਚ ਸ਼ਾਮਲ ਕਰ ਲਏ ਗਏ ਸਨ, ਜਿਨ੍ਹਾਂ ਨੇ ਰਲ ਕੇ ਅੱਗੋਂ ਫਿਰ 25 ਮੈਂਬਰੀ ਸਬ ਕਮੇਟੀ ਬਣਾਈ। ਇਸ ਸਬ ਕਮੇਟੀ ਨੇ 1 ਅਕਤੂਬਰ 1932 ਵਿੱਚ ਖਰੜਾ ਤਿਆਰ ਕਰਕੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਜਨਵਰੀ 1945 ਕਰੀਬ 13 ਸਾਲ ਦਾ ਸਮਾਂ ਹੈ ਤਾਂ ਕਿ ਇਸ ਖਰੜੇ ਵਿੱਚ ਕਿੰਨੇ ਵਾਧੇ ਘਾਟੇ ਕੀਤੇ ਇਸ ਦਾ ਕਿਸੇ ਨੂੰ ਕੋਈ ਪਤਾ ਨਹੀਂ। ਇਸ ਦਾ ਭਾਵ ਹੈ ਕਿ ਜੋ ਮੁੱਢਲਾ ਖਰੜਾ ਸੀ ਜਿਹੜਾ ਕਿ 1 ਅਕਤੂਬਰ 1932 ਨੂੰ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਸੀ, ਉਸ ਵਿੱਚ ਕੀ ਸੀ ਅਤੇ 1945 ਤੱਕ ਇਸ ਵਿੱਚ ਜੋ ਵਾਧੇ ਘਾਟੇ ਕੀਤੇ ਗਏ, ਇਹ ਪਹਿਲੇ ਖਰੜੇ ਵਿੱਚ ਕਿਹੜੇ ਵਾਧੇ ਘਾਟੇ ਕੀਤੇ ਗਏ, ਕਿਹੜੀਆਂ ਗੱਲਾਂ ਛੱਡੀਆਂ ਗਈਆਂ, ਕਿਹੜੀਆਂ ਨਵੀਆਂ ਪਾਈਆਂ ਗਈਆਂ, ਇਹਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਸੋ ਇਹ 7 ਜਨਵਰੀ 1945 ਤੱਕ ਇਸ ਤਰ੍ਹਾਂ ਇਹ ਖਰੜਾ ਰਿੜਕ ਹੁੰਦਾ ਰਿਹਾ ਤੇ ਇਸ ਖਰੜੇ ਨੂੰ ਫਿਰ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਨੇ 1945 ਵਿੱਚ ਵਾਧੇ ਘਾਟੇ ਕੀਤੇ ਜੋ ਸਨ ਇਸ ਵਿੱਚ ਉਸ ਦੀ ਪ੍ਰਵਾਨਗੀ ਦੇ ਦਿੱਤੀ। ਸੋ ਇਸ ਖਰੜੇ ਨੇ ਫਿਰ ਕੀ ਕੀਤਾ, ਸਿੱਖਾਂ ਨੂੰ ਦੁਰਗਾ ਦੇਵੀ ਦੇ ਪਾਠ ਵਾਲੀ ਭਗਉਤੀ ਸਿਮਰਨ ਵਾਲੀ ਪੌੜੀ ਅਰਦਾਸ ਵਿੱਚ ਪੜ੍ਹਨੀ ਸਿਖਾਈ। ਗੁਰੂ ਸਾਹਿਬਾਨ ਦੇ ਵੇਲੇ ਇਹ ਅਰਦਾਸ ਨਹੀਂ ਸੀ ਕਿਉਂਕਿ ਇਸ ਦਾ ਮੁੱਢ ਜਿਵੇਂ ਆਪਾਂ ਵਿਚਾਰ ਕੀਤੀ ਹੈ ਇਹ 1931 ਵਿੱਚ ਬੱਝਾ 25 ਮੈਂਬਰੀ ਸਾਬਕ ਕਮੇਟੀ ਵੱਲੋਂ ਜਿਹੜੀ ਕਿ ਉਸ ਸਮੇਂ ਦੀ SGPC ਵੱਲੋਂ ਚੁਣ ਕੇ ਬਣਾਈ ਗਈ ਸੀ। ਇਸ ਖਰੜੇ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਗੁਰੂ ਸਾਹਿਬਾਨ ਵੱਲੋਂ ਜੋ ਪ੍ਰਵਾਨਿਤ ਅਪਰੂਵਡ ਸਿੱਖਾਂ ਲਈ ਬਖਸ਼ਿਸ਼ ਕੀਤਾ ਸਵੇਰ ਤੇ ਸ਼ਾਮ ਦਾ ਨਿਤਨੇਮ ਸੀ, ਉਸ ਵਿੱਚ ਤਬਦੀਲੀ ਕੀਤੀ। ਸੋ ਇਹ ਜੋ ਬਖਸ਼ਿਸ਼ ਕੀਤਾ ਨਿਤਨੇਮ ਸੀ ਸਵੇਰ ਦੇ ਸ਼ਾਮ ਦਾ, ਇਹ ਛਾਪੇ ਵਾਲੀ ਵੀੜ ਦੇ ਪਹਿਲੇ ਜੋ 13 ਪੰਨੇ ਹਨ ਇਹਨਾਂ ਉੱਪਰ ਦਰਜ ਹੈ। ਇਸ ਨੂੰ ਕੋਈ ਝੁਠਲਾ ਨਹੀਂ ਸਕਦਾ। ਇਸ ਵਿੱਚ ਸਵੇਰ ਦੇ ਸਮੇਂ ਦਾ ਨਿਤਨੇਮ ਜਪਜੀ ਦੀ ਬਾਣੀ ਹੈ, ਸ਼ਾਮ ਦੇ ਸਮੇਂ ਦਾ ਨਿਤਨੇਮ ਸੋ ਦਰ ਤੇ ਸੋ ਪੁਰਖ ਦੇ 9 ਸ਼ਬਦ ਹਨ ਅਤੇ ਸੌਣ ਸਮੇਂ ਦਾ ਜੋ ਨਿਤਨੇਮ ਹੈ ਉਸ ਦੇ 5 ਸ਼ਬਦ ਹਨ ਜਿਹਦਾ ਸਿਰਲੇਖ 16 ਹੈ। ਇਹ ਤਿੰਨੇ ਜੋ ਇਹ ਵੱਖ-ਵੱਖ ਸਮੇਂ ਦੇ ਪਾਠ ਹਨ ਇਹ ਪਹਿਲੇ 13 ਪੰਨਿਆਂ ਉੱਤੇ ਦਰਜ ਹਨ। ਇਹਨਾਂ ਦੀ ਬਣਤਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪ ਬਣਾਈ। ਇਹ ਸ਼ਬਦ ਜਪਜੀ ਤੋਂ ਬਿਨਾਂ ਬਾਕੀ ਜਿਹੜੇ ਸ਼ਬਦ ਹਨ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਕੱਠੇ ਕਰਕੇ ਚੁਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਚਨਾਵਾਂ ਤਿਆਰ ਕੀਤੀਆਂ। 14 ਪੰਨੇ ਤੋਂ ਬਾਕਾਇਦਾ ਰਾਗ ਅਨੁਸਾਰ ਬਾਣੀ ਸ਼ੁਰੂ ਹੁੰਦੀ ਹੈ। ਜੇ ਸ਼੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ ਤਾਂ ਸ਼੍ਰੀ ਰਾਗ ਵਿੱਚ ਕੇਵਲ ਸ਼੍ਰੀ ਰਾਗ ਹੀ ਹੋਏਗਾ। ਜੇ ਆਸਾ ਰਾਗ ਤੋਂ ਬਾਣੀ ਸ਼ੁਰੂ ਹੁੰਦੀ ਹੈ ਉਸ ਵਿੱਚ ਕੇਵਲ ਆਸਾ ਰਾਗ ਹੀ ਹੋਏਗਾ। ਜਿੰਨੇ ਵੀ 35 ਮਹਾਂਪੁਰਸ਼ ਹੋਏ ਜਿਨ੍ਹਾਂ ਦੀ ਬਾਣੀ ਕਿਸੇ ਰਾਗ ਵਿੱਚ ਮਿਲਦੀ ਹੈ, ਸੋ ਪਹਿਲੇ 13 ਪੰਨਿਆਂ ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦਾ। ਪਹਿਲੇ 13 ਪੰਨਿਆਂ ਵਿੱਚ ਵੱਖ-ਵੱਖ ਰਾਗਾਂ ਦੇ ਸ਼ਬਦ ਲੈ ਕੇ ਇੱਕ ਚੋਣ ਕੀਤੀ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ, ਤੇ ਇਸ ਚੋਣ ਨੂੰ ਦਮਦਮੀ ਬੀੜ ਲਿਖਵਾਉਣ ਸਮੇਂ 10ਵੇਂ ਸਤਿਗੁਰੂ ਜੀ ਨੇ ਆਪ ਪ੍ਰਵਾਨਗੀ ਦਿੱਤੀ। ਇਸ ਦਾ ਸਬੂਤ ਉਹਨਾਂ ਨੇ ਇਸ ਬਣਤਰ ਨੂੰ ਬਿਲਕੁਲ ਛੇੜਿਆ ਨਹੀਂ, ਇਸ ਬਣਤਰ ਨੂੰ ਉਸੇ ਤਰ੍ਹਾਂ ਹੀ ਦਰਜ ਕਰਵਾਇਆ, ਵਿੱਚ ਕੋਈ ਵੀ ਵਾਧਾ ਘਾਟਾ ਨਹੀਂ ਕੀਤਾ। ਸੋ ਇਹ ਜੋ ਖਰੜਾ ਸੀ 25 ਮੈਂਬਰੀ ਕਮੇਟੀ ਵੱਲੋਂ ਬਣਾਇਆ, ਇਸ ਨੇ ਇਹ ਸਾਰੀਆਂ ਹੱਦਾਂ ਨੂੰ ਪਾਰ ਕੀਤਾ। ਇਸ ਨੇ ਗੁਰੂ ਸਾਹਿਬਾਨ ਵੱਲੋਂ ਬਣਾਈ ਜੋ ਚੌਗਿਰਦ ਹਮਾਰਾ ਰਾਮਕਾਰ ਸੀ ਉਹਦੀਆਂ ਹੱਦਾਂ ਟੱਪੀਆਂ, ਜਾਂ ਕਹਿ ਸਕਦੇ ਲਛਮਣ ਰੇਖਾ ਨੂੰ ਉਹਨਾਂ ਨੇ ਕ੍ਰਾਸ ਕੀਤਾ ਤੇ ਇਸ ਰੇਖਾ ਨੂੰ ਟੱਪਣ ਕਰਕੇ ਹੀ ਜੋ ਸਿੱਖ ਹਨ ਉਹ ਅੱਜ ਬਹੁਤ ਦੂਰ ਜਾ ਚੁੱਕੇ ਹਨ। ਆਪਣੇ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਇਸ ਦੇ ਸੰਵਿਧਾਨ ਤੋਂ ਜਾਂ ਇਸ ਦੀ ਵਿਚਾਰਧਾਰਾ ਤੋਂ। ਸੋ ਇਸ ਖਰੜੇ ਨੇ ਸਾਨੂੰ ਇਹ ਭਗਉਤੀ ਵਾਲੀ ਅਰਦਾਸ ਦਿੱਤੀ ਹੈ ਤੇ ਹੋਰ ਕੱਚੀਆਂ ਰਚਨਾਵਾਂ ਇਸ ਵਿੱਚ ਇਸ ਖਰੜੇ ਨੇ
ਸਾਨੂੰ ਪੜ੍ਹਨੀਆਂ ਸਿਖਾਈਆਂ। ਸ਼ਰਧਾ ਬਸ ਸਿੱਖਾਂ ਨੇ ਇਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਭਾਵੇਂ ਕਿਸੇ ਨੇ ਕੋਈ ਖੋਜ ਕਰਕੇ ਵਿਚਾਰਿਆ ਨਹੀਂ ਸੀ। ਇਸ ਕਰਕੇ ਕਿ ਸ਼੍ਰੋਮਣੀ ਕਮੇਟੀ ਨੇ ਬਣਾਈ ਹੈ ਅਤੇ ਸਾਰਿਆਂ ਨੇ ਵਿਸ਼ਵਾਸ ਹਿੱਤ ਇਹ ਰਚਨਾਵਾਂ ਜਿਹੜੀਆਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਸੋ 25 ਮੈਂਬਰੀ ਕਮੇਟੀ ਵੱਲੋਂ ਬਣਾਏ ਖਰੜੇ ਵਿੱਚ ਕੀਤੇ ਵਾਧੇ ਘਾਟੇ ਸ਼੍ਰੋਮਣੀ ਕਮੇਟੀ ਨੇ 3 ਫਰਵਰੀ ਸਨ 1945 ਵਿੱਚ ਮਤਾ ਨੰਬਰ 97 ਰਾਹੀਂ ਇਹ ਪ੍ਰਵਾਨ ਕਰ ਲਏ ਸਨ। ਇਸ ਖਰੜੇ ਨੂੰ ਕਦੀ ਵੀ ਆਫੀਸ਼ੀਅਲੀ ਲਾਗੂ ਨਹੀਂ ਕੀਤਾ ਗਿਆ। ਇਸ ਦਾ ਕੋਈ ਸੰਕੇਤ ਇਸ ਖਰੜੇ ਵਿੱਚ ਕਿਤੇ ਨਹੀਂ ਮਿਲਦਾ ਕਿ ਇਹ ਸਿੱਖਾਂ ਵਾਸਤੇ ਲਾਗੂ ਕੀਤਾ ਗਿਆ ਹੈ। ਹਾਂ, ਇਸ ਨੂੰ ਛਾਪ ਕੇ ਸ਼੍ਰੋਮਣੀ ਕਮੇਟੀ ਨੇ ਆਪਣੀਆਂ ਜੋ ਦੁਕਾਨਾਂ ਸਨ ਪੁਸਤਕਾਂ ਵਾਲੀਆਂ ਉਹਨਾਂ 'ਤੇ ਛਾਪ ਕੇ ਇਸ ਨੂੰ ਰੱਖ ਦਿੱਤਾ ਅਤੇ ਮੁਫਤ ਵੰਡਣਾ ਸ਼ੁਰੂ ਕੀਤਾ ਸੀ। ਜਿਉਂ-ਜਿਉਂ ਸਿੱਖ ਸ਼ਰਧਾ ਅਧੀਨ ਇਸ ਨੂੰ ਪੜ੍ਹਦੇ ਗਏ ਤਿਉਂ-ਤਿਉਂ ਇਹ ਕੁਝ ਨਾ ਕੁਝ ਗ੍ਰਹਿਣ ਕਰਦੇ ਗਏ, ਭਾਵੇਂ ਇਹ ਖਰੜਾ ਕਦੇ ਵੀ ਲਾਗੂ ਨਹੀਂ ਕੀਤਾ ਗਿਆ। ਸੋ ਇਹ ਲਾਗੂ ਕੀਤਾ ਵੀ ਨਹੀਂ ਜਾ ਸਕਦਾ, ਕਿਉਂਕਿ ਹਰ ਡੇਰੇ ਦਾ ਆਪਣਾ ਆਪਣਾ ਨਿਤਨੇਮ ਹੈ। ਜੇ ਲਾਗੂ ਕੀਤਾ ਹੁੰਦਾ ਤਾਂ ਜਿੰਨੇ ਵੀ ਡੇਰੇ ਹਨ ਬਣੇ ਹੋਏ ਉਹ ਕਦੇ ਆਪਣਾ ਵੱਖਰਾ ਨਿਤਨੇਮ ਨਾ ਬਣਾਉਂਦੇ ਜੇ ਇਹ ਖਰੜਾ ਲਾਗੂ ਹੁੰਦਾ, ਕਿਉਂਕਿ ਹਰ ਡੇਰੇ ਦਾ ਆਪਣਾ ਆਪਣਾ ਨਿਤਨੇਮ ਹੈ ਜੋ ਇਸ ਖਰੜੇ ਤੋਂ ਅਲੱਗ ਹੈ। ਸੋ ਇਹ ਉਹਨਾਂ ਵੱਲੋਂ ਛਾਪੇ ਗੁਟਕਿਆਂ ਤੋਂ ਦੇਖਿਆ ਜਾ ਸਕਦਾ ਹੈ। ਇਸ ਨਿਤਨੇਮ ਨੂੰ ਜੋ ਡੇਰੇ ਵਾਲਿਆਂ ਨੇ ਬਣਾਇਆ ਹੈ ਉਹ ਛੱਡ ਨਹੀਂ ਸਕਦੇ, ਉਹਨਾਂ ਨੂੰ ਇਸ ਖਰੜੇ ਦੀ ਕੋਈ ਪਰਵਾਹ ਨਹੀਂ ਹੈ। ਇਸ ਦਾ ਭਾਵ ਹੈ ਕਿ ਵੱਖ-ਵੱਖ ਮਰਜ਼ਾਦਾ ਵੱਖ-ਵੱਖ ਡੇਰਿਆਂ ਨੇ ਆਪਣੀ ਆਪਣੀ ਬਣਾਈ ਹੋਈ ਹੈ। ਸਾਰੇ ਸਿੱਖ ਤਖਤਾਂ ਉੱਪਰ ਵੀ ਇਹ ਸਿੱਖ ਰਹਿਤ ਮਰਜ਼ਾਦਾ ਲਾਗੂ ਨਹੀਂ ਹੈ। ਇਸ ਤੋਂ ਸਪਸ਼ਟ ਹੈ ਕਿ ਇਸ ਨੂੰ ਕਦੇ ਵੀ ਸਿੱਖਾਂ ਵਾਸਤੇ ਲਾਗੂ ਨਹੀਂ ਕੀਤਾ ਗਿਆ, ਭਾਵੇਂ ਕਈ ਕਥਾਵਾਚਕ ਇਹ ਸੰਗਤਾਂ ਵਿੱਚ ਕਹਿੰਦੇ ਸੁਣੀਂਦੇ ਹਨ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤੀ ਗਈ ਹੈ। ਇਹ ਬਿਲਕੁਲ ਗਲਤ ਹੈ। ਕਿਤੇ ਇਸ ਦਾ ਖਰੜੇ ਵਿੱਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਹੈ। ਜੇ ਲਾਗੂ ਕੀਤੀ ਹੁੰਦੀ ਤਾਂ ਅੱਜ ਤੱਕ ਜਿੰਨੇ ਵੀ ਡੇਰਿਆਂ ਦੇ ਮੁਖੀ ਸਨ ਉਹ ਸਾਰੇ ਪੰਥ ਚੋਂ ਛੇਕੇ ਹੁੰਦੇ, ਕਿਉਂਕਿ ਉਹ ਇਸ ਨੂੰ ਮੰਨਦੇ ਨੇ, ਉਹਨਾਂ ਦੀ ਮਰਿਆਦਾ ਆਪਣੀ ਵੱਖਰੀ ਹੈ। ਸੋ ਇਸ ਕਰਕੇ ਇਹ ਕਹਿਣਾ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੈ ਬਿਲਕੁਲ ਗਲਤ ਹੈ। ਇਹ ਕਿਤੇ ਵੀ ਲਾਗੂ ਨਹੀਂ ਹੋਈ ਅਤੇ ਨਾ ਹੀ ਇਹ ਕੀਤੀ ਜਾ ਸਕਦੀ ਹੈ। ਅਖੰਡ ਪਾਠ ਸਮੇਂ ਕੁੰਭ ਨਾਰੀਅਲ ਦਾ ਭਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲ ਡੇਰੇਦਾਰਾਂ ਦੀਆਂ ਆਦਮ-ਕਦ ਮੂਰਤੀਆਂ ਖੜੀਆਂ ਕਰਨੀਆਂ, ਦੀਵੇ ਘੁਮਾ ਕੇ ਇੰਦਰ ਦੇਵਤੇ ਦੀ ਆਰਤੀ, ਜੋ ਇੰਦਰ ਦੇਵਤੇ ਵਾਲੀ ਆਰਤੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਰਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨਾ ਅਤੇ ਉਸ ਤੋਂ ਅਖੰਡ ਪਾਠ ਕਰਨੇ ਆਦਿਕ ਇਸ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਅਜਿਹੇ ਕਰਮ ਹੋ ਰਹੇ ਹਨ ਜਿਹੜੇ ਸਾਬਤ ਕਰਦੇ ਹਨ ਕਿ ਸਿੱਖ ਰਹਿਤ ਮਰਿਆਦਾ ਬਿਲਕੁਲ ਲਾਗੂ ਨਹੀਂ ਹੈ, ਕਿਉਂਕਿ ਇਸ ਦੇ ਉਲਟ ਕੰਮ ਹੋ ਰਹੇ ਹਨ। ਜੇ ਮਰਿਆਦਾ ਲਾਗੂ ਕੀਤੀ ਹੁੰਦੀ ਤਾਂ ਬਹੁਤੀਆਂ ਸੰਸਥਾਵਾਂ ਦੇ ਆਗੂ ਤਨਖਾਹੀਏ ਕਰ ਦਿੱਤੇ ਹੁੰਦੇ, ਕਿਉਂਕਿ ਉਹ ਇਸ ਖਰੜੇ ਨੂੰ ਬਿਲਕੁਲ ਪ੍ਰਵਾਨ ਹੀ ਨਹੀਂ ਕਰਦੇ। ਹੁਣ ਆਪਾਂ ਦੇਖਦੇ ਹਾਂ ਇਹ ਭਗਉਤੀ ਜੋ ਹੈ ਅਰਦਾਸ ਵਿੱਚ ਸ਼ਾਮਿਲ ਕੀਤੀ ਗਈ, ਇਹ ਕੀ ਹੈ, ਇਹ ਕਿੱਥੋਂ ਆਈ ਹੈ? ਸੰਸਕ੍ਰਿਤ ਦੇ ਭਗਵਤੀ ਸ਼ਬਦ ਤੋਂ ਹੀ ਭਗਉਤੀ ਸ਼ਬਦ ਬਣਿਆ ਹੈ। ਵਾਵੇ ਦਾ ਬਦਲ ਕੇ ਊੜਾ ਬਣਿਆ ਹੈ। ਇਸ ਦਾ ਅਰਥ ਹੈ ਦੇਵੀ। ਭਗਵਤੀ ਦਾ ਅਰਥ ਹੈ ਦੇਵੀ, ਮਾਤਾ ਦੇਵੀ। ਮਹਾਨ ਕੋਸ਼ ਵਿੱਚ ਭਗਉਤੀ ਨੂੰ ਭਗਵਤੀ ਅਤੇ ਦੁਰਗਾ ਦੇਵੀ ਕਰਕੇ ਲਿਖਿਆ ਗਿਆ ਹੈ। ਪੁਰਾਤਨ ਸਮੇਂ ਵੈਸ਼ਨਵ ਜੋ ਭਗਤ ਸੀ ਉਸ ਨੂੰ ਵੀ ਭਗਉਤੀ ਕਿਹਾ ਜਾਂਦਾ ਸੀ, ਜਿਸ ਦਾ ਜ਼ਿਕਰ ਸੁਖਮਨੀ ਦੀ 9ਵੀਂ ਅਸ਼ਟਪਦੀ ਵਿੱਚ ਕੀਤਾ ਗਿਆ ਹੈ। ਸਿੱਖ ਰਹਿਤ ਮਰਿਆਦਾ ਦੇ ਖਰੜੇ ਵਿੱਚ ਦੁਰਗਾ ਦੇ ਪਾਠ ਵਾਲੀਆਂ 55 ਪੌੜੀਆਂ ਵਾਲੀ ਰਚਨਾ ਵਾਰ ਦੁਰਗਾ ਕੀ ਦੀ ਪਹਿਲੀ ਪੌੜੀ ਨੂੰ ਅਰਦਾਸ ਦੇ ਮੁੱਢ ਵਿੱਚ ਰੱਖਿਆ ਗਿਆ ਹੈ। ਸੋ ਇਹ ਭਗਉਤੀ ਸ਼ਬਦ ਜੋ ਹੈ ਇਹ ਦੁਰਗਾ ਕੀ ਵਾਰ ਵਿੱਚੋਂ ਆਇਆ ਹੈ। ਦੁਰਗਾ ਕੀ ਵਾਰ, ਇਸ ਦਾ ਨਾਂ ਚੰਡੀ ਦੀ ਵਾਰ ਵੀ ਪ੍ਰਚਲਿਤ ਰਿਹਾ। ਇਸ ਦਾ ਨਾਂ ਹੁਣ ਬਦਲ ਕੇ ਵਾਰ ਸ਼੍ਰੀ ਭਗਉਤੀ ਜੀ ਕਰ ਦਿੱਤਾ ਗਿਆ। ਇਸ ਦਾ ਅਸਲੀ ਨਾਂ ਵਾਰ ਦੁਰਗਾ ਕੀ ਹੈ। ਜੋ ਪੁਰਾਤਨ ਇਸ ਤਰ੍ਹਾਂ ਦੀਆਂ ਪੋਥੀਆਂ ਮਿਲਦੀਆਂ ਹਨ ਇਹਨਾਂ ਰਚਨਾਵਾਂ ਵਾਲੀਆਂ, ਉਹਨਾਂ ਦਾ ਅਧਿਐਨ ਡਾਕਟਰ ਰਤਨ ਸਿੰਘ ਜੱਗੀ ਨੇ ਕੀਤਾ ਹੈ ਤੇ ਉਹਨਾਂ ਨੇ ਇਹਨਾਂ ਪੋਥੀਆਂ ਦੇ ਤਤਕਰੇ ਵੀ ਦਿੱਤੇ ਹਨ। ਉਹਨਾਂ ਤਤਕਰਿਆਂ ਵਿੱਚ ਕਿਤੇ ਵੀ ਨਾ ਚੰਡੀ ਦੀ ਵਾਰ ਲਿਖਿਆ ਹੋਇਆ, ਨਾ ਵਾਰ ਸ਼੍ਰੀ ਭਗਉਤੀ ਜੀ ਕੀ ਲਿਖਿਆ ਹੈ, ਕੇਵਲ ਵਾਰ ਦੁਰਗਾ ਕੀ ਲਿਖਿਆ ਹੋਇਆ।
ਸੋ ਅਸਲ ਸਿਰਲੇਖ ਜੋ ਸੀ ਉਹ ਵਾਰ ਦੁਰਗਾ ਕੀ ਸੀ, ਜਿਸ ਨੂੰ ਬਦਲ ਕੇ ਪਹਿਲਾਂ ਚੰਡੀ ਦੀ ਵਾਰ, ਉਸ ਤੋਂ ਬਾਅਦ ਇਹ ਵਾਰ ਸ਼੍ਰੀ ਭਗਉਤੀ ਜੀ ਕੀ ਕਰ ਦਿੱਤਾ ਗਿਆ। ਸੋ ਇਹ ਭਗਉਤੀ ਸ਼ਬਦ ਜੋ ਹੈ ਇਹ ਵਾਰ ਦੁਰਗਾ ਕੇ ਵਿੱਚੋਂ ਆਇਆ ਹੈ। ਦੁਰਗਾ ਦਾ ਨਾਂ ਹੀ ਭਗਉਤੀ ਰੱਖ ਦਿੱਤਾ ਗਿਆ ਹੈ। ਦੁਰਗਾ ਸ਼ਬਦ ਨੂੰ ਕੱਢ ਕੇ ਉਹਦੀ ਜਗ੍ਹਾ ਭਗਉਤੀ ਪਾਇਆ ਗਿਆ ਹੈ। ਸੋ ਇਹ ਕਦੋਂ ਹੋਇਆ, ਇਹ ਆਪਾਂ ਵਿਚਾਰਿਆ ਹੈ ਕਿ ਜਦੋਂ ਇਹ ਖਰੜਾ ਤਿਆਰ ਹੋਇਆ, ਪੱਛਮੀ ਅਮਰੀਕੀ ਕਮੇਟੀ ਨੇ ਖਰੜਾ ਤਿਆਰ ਕੀਤਾ, ਉਦੋਂ ਵਾਰ ਦੁਰਗਾ ਕੀ ਜੋ ਪਹਿਲੀ ਪੌੜੀ ਸੀ ਉਸ ਨੂੰ ਅਰਦਾਸ ਵਿੱਚ ਸ਼ਾਮਿਲ ਕੀਤਾ ਗਿਆ। ਵਾਰ ਦੁਰਗਾ ਕੀ ਪੌੜੀ ਦਾ ਸਿਰਲੇਖ ਜਿਹੜਾ ਵਾਰ ਦੁਰਗਾ ਕੀ ਸੀ ਉਹਨੂੰ ਬਦਲ ਕੇ ਵਾਰ ਸ਼੍ਰੀ ਭਗਉਤੀ ਜੀ ਕੀ ਕਰਤਾ ਗਿਆ। ਤਾਂ ਸਪਸ਼ਟ ਹੈ ਕਿ ਦੁਰਗਾ ਤੇ ਭਗਉਤੀ ਇਹਦੇ ਅਰਥ ਇੱਕੋ ਹੀ ਹਨ, ਸਿਰਫ ਹੈਡਿੰਗ ਬਦਲਿਆ ਹੈ, ਸਿਰਲੇਖ ਬਦਲਿਆ ਹੈ, ਦੁਰਗਾ ਦੀ ਜਗ੍ਹਾ ਤੇ ਭਗਉਤੀ ਲਿਖਿਆ ਗਿਆ। ਸਨ 1897 ਵਿੱਚ ਸਿੱਖਾਂ ਨੂੰ ਗੁਲਾਮ ਰੱਖਣ ਵਾਲੇ ਅੰਗਰੇਜ਼ੀ ਰਾਜ ਸਮੇਂ ਇੱਕ ਸ਼ੋਧ ਕਮੇਟੀ ਵੱਲੋਂ ਬਣਾਏ ਅਤੇ ਬਾਜ਼ਾਰ ਮਾਈ ਸੇਵਾ ਅੰਮ੍ਰਿਤਸਰ ਵੱਲੋਂ ਇਹ ਛਪਵਾਏ ਗਏ ਇੱਕ ਗ੍ਰੰਥ ਜਿਸ ਦਾ ਨਾਂ ਦਸ਼ਮ ਗ੍ਰੰਥ ਰੱਖਿਆ ਗਿਆ। ਉਸ ਵਿੱਚ ਇਹ ਰਚਨਾ ਹੈ ਵਾਰ ਦੁਰਗਾ ਕੀ, ਜਿਸ ਦਾ ਸਿਰਲੇਖ ਬਦਲ ਕੇ ਕਰ ਦਿੱਤਾ ਗਿਆ ਹੈ ਵਾਰ ਸ਼੍ਰੀ ਭਗਉਤੀ ਜੀ। ਸੋ ਇਹ ਜੋ ਪੋਥੀ ਬਣਾਈ ਗਈ ਦਸ਼ਮ ਗ੍ਰੰਥ, ਕਹਿੰਦੇ ਹਨ ਕਿ 32 ਵੱਖ-ਵੱਖ ਛੋਟੀਆਂ-ਛੋਟੀਆਂ ਪੋਥੀਆਂ ਵੱਖ-ਵੱਖ ਡੇਰਿਆਂ 'ਤੇ ਪਈਆਂ ਸਨ, ਜਾਂ ਨਿਰਮਲਿਆਂ ਦੀਆਂ ਸੰਸਥਾਵਾਂ ਸਨ ਉੱਥੇ ਪਈਆਂ ਸਨ। ਤਾਂ ਉਹ ਕਈ ਵਰੇ ਇਹਨਾਂ ਨੂੰ ਗੁਰਦੁਆਰਿਆਂ ਵਿੱਚ ਪੜ੍ਹਾਉਂਦੇ ਰਹੇ, ਗੁਰਦੁਆਰਿਆਂ ਵਿੱਚ ਇਹਨਾਂ ਦਾ ਪ੍ਰਚਾਰ ਕਰਦੇ ਰਹੇ। ਸਿੱਖ ਇਹਨਾਂ ਨੂੰ ਸਮਝਦੇ ਗਏ ਵੀ ਇਹ ਗੁਰੂ ਜੀ ਦੀਆਂ ਰਚਨਾਵਾਂ ਹੀ ਹਨ। ਸੋ ਬਹੁਤ ਸਮਾਂ ਉਹਨਾਂ ਦੇ ਪ੍ਰਚਾਰ ਕਾਰਨ ਸਿੱਖਾਂ ਨੂੰ ਇਹ ਓਪਰੀਆਂ ਨਾ ਲੱਗੀਆਂ ਅਤੇ ਉਹਨਾਂ ਨੇ ਇਸੇ ਤਰ੍ਹਾਂ ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਡਾਕਟਰ ਰਤਨ ਸਿੰਘ ਜੱਗੀ ਦਸ ਗ੍ਰੰਥ ਤੇ ਟੀਕੇ ਦੀ ਭੂਮਿਕਾ ਵਿੱਚ ਲਿਖਦਾ ਹੈ, ਅਫਸੋਸ ਹੈ ਕਿ ਇਹਨਾਂ 32 ਪੋਥੀਆਂ ਵਿੱਚ ਕੋਈ ਵੀ ਪੁਰਾਤਨ ਜਾਂ ਇਤਿਹਾਸਕ ਨਹੀਂ ਸੀ। ਸੋ ਵਾਰ ਦੁਰਗਾ ਕੀ ਦਾ ਨਾਂ ਭੇਡ ਚਾਲ ਵਜੋਂ ਪਹਿਲਾਂ ਚੰਡੀ ਦੀ ਵਾਰ ਚੱਲਦਾ ਰਿਹਾ ਅਤੇ ਸਨ 1895 ਵਿੱਚ ਬਣਾਏ ਅਤੇ ਸਨ 1897 ਵਿੱਚ ਛਪੇ ਦਸਮ ਗ੍ਰੰਥ ਵਿੱਚ ਸ਼ੋਧਕ ਕਮੇਟੀ ਵੱਲੋਂ ਇਸ ਵਾਰ ਦੇ ਸਿਰਲੇਖ ਨੂੰ ਹੀ ਵਾਰ ਸ਼੍ਰੀ ਭਗਉਤੀ ਜੀ ਕੀ ਅਤੇ ਨਾਲ ਪਾਤਸ਼ਾਹੀ ਦਸਵੀਂ ਲਿਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਂ ਦੇ ਨਾਲ ਇਸ ਨੂੰ ਜੋੜ ਦਿੱਤਾ ਗਿਆ। ਸੋ ਇਹ ਸਿੱਖਾਂ ਨਾਲ ਸਰਾਸਰ ਧੋਖਾ ਕੀਤਾ ਗਿਆ। ਸਿੱਖ ਸਿਧਾਂਤਾਂ ਨੂੰ ਖਤਮ ਕੀਤੇ ਜਾਣ ਲਈ ਇਹ ਇੱਕ ਮਾਰੂ ਵਾਰ ਕੀਤਾ ਗਿਆ। ਸਪਸ਼ਟ ਹੈ ਕਿ ਅਜਿਹਾ ਬ੍ਰਾਹਮਣਵਾਦੀ, ਸਨਾਤਨਵਾਦੀ, ਵਿਪਰਵਾਦੀ ਜਾਂ ਮਨੋਵਾਦੀ ਸੋਚ ਦੇ ਪ੍ਰਭਾਵ ਥੱਲੇ ਕੀਤਾ ਗਿਆ। ਅੰਗਰੇਜ਼ ਵੀ ਇਹ ਚਾਹੁੰਦੇ ਸਨ ਕਿ ਸਿੱਖਾਂ ਵਿੱਚ ਕਿਸੇ ਤਰ੍ਹਾਂ ਫੁੱਟ ਪਵੇ, ਸਿੱਖ ਮਜ਼ਬੂਤ ਨਾ ਹੋਣ। ਉਹਨਾਂ ਨੇ ਆਪਣੇ ਰਾਜ ਵਿੱਚ ਹੀ ਇਹ ਜੋ ਗ੍ਰੰਥ ਸੀ ਬਣਾਇਆ, ਵੱਖ-ਵੱਖ ਪੋਥੀਆਂ ਤੋਂ ਰਚਨਾਵਾਂ ਲੈ ਕੇ, ਇਸ ਦੇ ਵਿੱਚ ਉਹਨਾਂ ਦਾ ਆਪਣਾ ਵੀ ਹੱਥ ਹੈ। ਸੋ ਹੁੰਦਾ ਕੀ ਹੈ ਕਿ ਅਰਦਾਸ ਕਰਨ ਵਾਲਾ ਕੋਈ ਵੀ ਸੱਜਣ ਹੈ ਉਹ ਗੁਰੂ ਨਾਨਕ ਨੂੰ ਤਾਂ ਪਿੱਛੋਂ ਯਾਦ ਕਰਦਾ ਹੈ। ਜੋ ਧੰਨ ਗੁਰੂ ਨਾਨਕ ਹੈ ਉਸ ਨੂੰ ਤਾਂ ਉਸਦਾ ਨਾਮ ਬਾਅਦ ਵਿੱਚ ਲਿਆ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਉਹ ਭਗਵਤੀ ਨੂੰ ਚੇਤੇ ਕਰਦਾ ਹੈ, ਕਿਉਂਕਿ ਲਿਖਿਆ ਹੈ ਪ੍ਰਥਮ ਭਗਵਤੀ ਸਿਮਰ ਕੇ। ਸੋ ਪਹਿਲਾਂ ਉਹ ਦੁਰਗਾ ਦੇਵੀ ਦਾ ਪੁਜਾਰੀ ਬਣਦਾ ਹੈ। ਦੁਰਗਾ ਦੀ ਜੋ ਉਪਾਸਨਾ ਹੈ ਉਸ ਦਾ ਨਾਂ ਲੈ ਕੇ ਪਹਿਲਾਂ ਉਹ ਕਰਦਾ ਹੈ ਅਤੇ ਗੁਰੂਆਂ ਦਾ ਨਾਂ ਉਹ ਬਾਅਦ ਲੈਂਦਾ ਹੈ। ਇਸ ਦਾ ਭਾਵ ਇਹ ਹੈ ਕਿ ਜਾਣੇ ਅਣਜਾਣੇ ਜੋ ਸਿੱਖ ਇਹ ਅਰਦਾਸ ਕਰਦੇ ਹਨ, ਇਹ ਇੱਕ ਅਟੱਲ ਸੱਚਾਈ ਹੈ ਕਿ ਉਹ ਸਿੱਖ ਹੁੰਦੇ ਹੋਏ ਵੀ, ਕੇਸ਼ਾਧਾਰੀ ਹੁੰਦੇ ਹੋਏ ਵੀ, ਅੰਮ੍ਰਿਤਧਾਰੀ ਹੁੰਦੇ ਹੋਏ ਵੀ ਉਹ ਜ਼ਰੂਰ ਹਿੰਦੂ ਬਣ ਚੁੱਕੇ ਹਨ, ਕੇਸ਼ਾਧਾਰੀ ਹਿੰਦੂ ਬਣ ਚੁੱਕੇ ਹਨ। ਭਾਵੇਂ ਅੱਜ ਦੀ ਸਰਕਾਰ ਜੋ ਹੈ ਇਹ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੀ ਹੈ ਹਿੰਦੁਸਤਾਨ ਨੂੰ, ਸਿੱਖਾਂ ਨੂੰ ਪਹਿਲਾਂ ਹੀ ਉਹਨਾਂ ਨੇ ਇਸ ਢੰਗ ਨਾਲ ਚਲਾ ਲਿਆ ਕਿ ਇਹ ਕੇਸ਼ਾਧਾਰੀ ਹਿੰਦੂ ਹੀ ਲੱਗਦੇ ਨੇ, ਕਿਉਂਕਿ ਜੋ ਰਚਨਾਵਾਂ ਇਹ ਪੜ੍ਹ ਰਹੇ ਹਨ ਜਾਂ ਇਹਨਾਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ ਇਸ ਖਰੜੇ ਰਾਹੀਂ, ਉਸ ਤੋਂ ਇਹ ਕੇਸ਼ਾਧਾਰੀ ਹਿੰਦੂ ਸਾਬਤ ਹੋ ਰਹੇ ਹਨ। ਸੋ ਬ੍ਰਾਹਮਣਵਾਦੀ ਸੋਚ ਹੁਣ ਤੱਕ ਬੁੱਧ ਮਤ, ਜੈਨ ਮਤ ਅਤੇ ਪਾਰਸੀ ਮਤ ਦਾ ਭਾਰਤ ਵਿੱਚ ਬਹੁਤ ਭਾਰੀ ਨੁਕਸਾਨ ਕਰ ਚੁੱਕੀ ਹੈ ਅਤੇ ਹੁਣ ਇਹ ਸਿੱਖੀ ਵਿਚਾਰਧਾਰਾ ਦਾ ਹਰ ਸੰਭਵ ਸਾਧਨ ਵਰਤ ਕੇ ਹਿੰਦੂਕਰਨ ਵਿੱਚ ਦਿਨ ਰਾਤ ਇਹ ਕਰ ਰਹੀ ਹੈ ਅਤੇ ਇਹ
ਯਤਨ ਜੋ ਹੋ ਰਹੇ ਹਨ ਇਹ ਬਿਲਕੁਲ ਸਫਲ ਵੀ ਹੋ ਚੁੱਕੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਡਾਕਟਰ ਰਾਧਾ ਕ੍ਰਿਸ਼ਨਨ ਦੇ ਇਹ ਵਿਚਾਰ ਜਿਹੜੇ ਹਨ ਇਹ ਸਿੱਖਾਂ ਦੀਆਂ ਅੱਖਾਂ ਖੋਲ੍ਹਣ ਵਾਲੇ ਹਨ, ਪਰ ਜੇ ਫਿਰ ਵੀ ਅੱਖਾਂ ਨਾ ਖੁੱਲ੍ਹੀਆਂ, ਬੰਦ ਹੀ ਰਹਿ ਗਈਆਂ, ਇਹ ਅੱਖਾਂ ਗਿਆਨ ਦੀਆਂ ਹਨ, ਇਹ ਅੱਖਾਂ ਇਹ ਨਹੀਂ ਜੋ ਸਰੀਰਕ ਅੱਖਾਂ ਹਨ, ਗਿਆਨ ਦੀਆਂ ਅੱਖਾਂ ਜੇ ਫਿਰ ਵੀ ਨਾ ਖੁੱਲ੍ਹੀਆਂ ਤਾਂ ਜੋ ਨੁਕਸਾਨ ਹੋ ਚੁੱਕਾ ਹੈ ਇਸ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਰ ਹੋਣ ਦੀ ਸੰਭਾਵਨਾ ਹੈ। ਇਹ ਕੀ ਵਿਚਾਰ ਹਨ? ਡਾਕਟਰ ਰਾਧਾ ਕ੍ਰਿਸ਼ਨਨ ਇਸ ਤਰ੍ਹਾਂ ਲਿਖਦਾ ਹੈ, ਇਟ ਇਜ਼ ਸੈਡ not without truth that Brahmanism killed Buddhism by a fraternal embrace। ਇਸ ਦਾ ਮਤਲਬ ਕੀ ਹੈ? ਉਹ ਕਹਿੰਦਾ ਹੈ ਕਿ ਬ੍ਰਾਹਮਣਵਾਦ ਨੇ ਬੁੱਧ ਧਰਮ ਨੂੰ ਬਾਪੂ ਵਾਲੀ ਗਲਵਕੜੀ ਪਾ ਕੇ ਖ਼ਤਮ ਕੀਤਾ। ਕਿਸ ਤਰ੍ਹਾਂ ਖ਼ਤਮ ਕੀਤਾ? ਪਿਆਰ ਨਾਲ ਬਾਪੂ ਵਾਲੀ ਗਲਵਕੜੀ ਪਾ ਕੇ ਉਸ ਨੂੰ ਸਮੇਟ ਲਿਆ, ਆਪਣੇ ਵਿੱਚ ਖ਼ਤਮ ਕਰ ਦਿੱਤਾ। ਇਹੋ ਹੀ ਸਿੱਖਾਂ ਨਾਲ ਹੋ ਰਿਹਾ ਹੈ। ਇਹ ਜੋ ਬਾਪੂ ਵਾਲੀ ਗਲਵਕੜੀ ਪਾ ਕੇ ਸਿੱਖਾਂ ਨੂੰ ਆਪਣੇ ਵਿੱਚ ਅਬਜ਼ੌਰਵ ਕਰਨ ਦੀਆਂ ਗੱਲਾਂ ਚੱਲ ਰਹੀਆਂ ਹਨ, ਇਹ ਬਿਲਕੁਲ ਸਹੀ ਹਨ। ਤਕਰੀਬਨ 90 ਸਾਲ ਪਹਿਲਾਂ ਅੰਗਰੇਜ਼ ਲਿਖਾਰੀ ਮੈਕੌਲਫ ਨੇ ਜੋ ਲਿਖਿਆ ਸੀ ਉਹ ਵੀ ਸਿੱਖਾਂ ਦੀਆਂ ਇਹ ਗਿਆਨ ਦੀਆਂ ਬੰਦ ਹੋਈਆਂ ਅੱਖਾਂ ਨੂੰ ਖੋਲ੍ਹਣ ਵਾਲਾ ਹੈ। ਉਹ ਲਿਖਦਾ ਹੈ, ਹਿੰਦੂਇਜ਼ਮ ਹੈਜ਼ ਐਮਬਰੇਸਡ ਸਿੱਖਇਜ਼ਮ in its fold। ਇਸ ਦਾ ਭਾਵ ਕੀ ਹੈ? ਅੱਜ ਤੋਂ ਉਹ ਇਹ ਤਕਰੀਬਨ 90 ਸਾਲ ਇਹ ਗੱਲ ਕਹਿ ਗਿਆ, ਕਹਿੰਦਾ ਹਿੰਦੂਇਜ਼ਮ ਹੈਜ਼ ਐਮਬਰੇਸਡ ਸਿੱਖਇਜ਼ਮ in its fold। ਸੋ ਦੈਟ ਮੀਨਸ ਹਿੰਦੂ ਮਤ ਨੇ ਸਿੱਖ ਧਰਮ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਹੈ। ਸੋ ਵਾਕਈ ਜੋ ਅੱਜ ਦੇ ਹਾਲਾਤ ਹਨ ਇਹ ਦੱਸਦੇ ਹਨ ਕਿ ਸਿੱਖ ਧਰਮ ਹਿੰਦੂ ਧਰਮ ਦੀ ਗਲਵਕੜੀ ਵਿੱਚ ਆ ਚੁੱਕਾ ਹੈ। ਸੋ ਇਹ ਜੋ ਵਿਚਾਰ ਹਨ ਜੇ ਕਿਸੇ ਨੇ ਵਿਸਥਾਰ ਨਾਲ ਪੜ੍ਹਨੇ ਹੋਣ ਤਾਂ ਇੱਕ ਪੁਸਤਕ ਹੈ ਇਹ ਸਰਦਾਰ ਨਰਾਇਣ ਸਿੰਘ ਦੀ ਲਿਖੀ ਹੋਈ, ਉਸ ਦਾ ਨਾਂ ਹੈ ਸਿੱਖ ਵੀਰਾਂ ਨੂੰ ਹੁਲਾਉਣਾ, ਸਿੱਖ ਮਿਸ਼ਨਰੀ ਕਾਲਜ ਤੋਂ ਮਿਲਦੀ ਹੈ। ਉਸ ਤੋਂ ਵਿਸਥਾਰ ਨਾਲ ਹੋਰ ਵਿਚਾਰ ਪੜ੍ਹੇ ਜਾ ਸਕਦੇ ਹਨ। ਸੰਨ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਮੋਹਰ ਹੇਠ ਹਿੰਦੀ ਭਾਸ਼ਾ ਵਿੱਚ ਸਿੱਖੋਂ ਕਾ ਇਤਿਹਾਸ ਨਾਮਕ ਇੱਕ ਕਿਤਾਬ ਛਪਵਾਈ, ਹਿੰਦੀ ਵਿੱਚ ਛਪਵਾਈ, ਜਿਸ ਦਾ ਨਾਮ ਸਿੱਖੋਂ ਕਾ ਇਤਿਹਾਸ। ਸੋ ਇਹ ਕਿਤਾਬ ਜੋ ਸੀ ਇਸ ਵਿੱਚ ਗੁਰੂ ਸਾਹਿਬਾਨ ਦੇ ਵਿਰੁੱਧ, ਗੁਰੂ ਸਾਹਿਬਾਨ ਦੀ ਸ਼ਖਸੀਅਤ ਦੇ ਵਿਰੁੱਧ ਬਹੁਤ ਸਾਰਾ ਊਲ ਜਲੂਲ ਭਰਿਆ ਹੋਇਆ ਸੀ। ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਸੀ। ਇਸ ਦੀ ਜੋ ਲਿਖਾਈ ਹੈ, ਇਹਦੀ ਛਪਾਈ ਹੈ, ਇਹ SGPC ਵੱਲੋਂ ਕੀਤੀ ਗਈ। SGPC ਧਾਰਮਿਕ ਕਮੇਟੀ ਦੀ ਮੋਹਰ ਇਸ ਕਿਤਾਬ 'ਤੇ ਲੱਗੀ ਹੋਈ ਹੈ, ਕਿਸੇ ਲਿਖਾਰੀ ਦਾ ਨਾਂ ਨਹੀਂ। ਜਦੋਂ ਇਹ ਕਿਤਾਬ ਮਾਰਕੀਟ ਵਿੱਚ ਆਈ, ਪੜ੍ਹਨ ਵਾਲਿਆਂ ਦੇ ਸਿੱਖਾਂ ਦੇ ਦਿਲ ਜਿਹੜੇ ਸੀ ਬਲੂੰਦਰੇ ਗਏ ਅਤੇ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਇਹ SGPC ਨੇ ਇਹ ਕਿਤਾਬ ਕਿਉਂ ਛਾਪੀ ਹੈ, ਇਸ ਦਾ ਕੋਈ ਰਾਈਟਰ ਵੀ ਨਹੀਂ ਹੈ। ਤਾਂ ਵਿਰੋਧ ਕਾਰਨ ਇਸ ਕਿਤਾਬ ਨੂੰ ਬਾਅਦ ਵਿੱਚ ਜ਼ਬਤ ਕੀਤਾ ਗਿਆ। ਇਸ ਦਾ ਭਾਵ ਇਹ ਹੈ ਕਿ SGPC ਜੋ ਸਿੱਖਾਂ ਲਈ ਇੱਕ ਵਾੜ ਦਾ ਕੰਮ ਕਰਦੀ ਸੀ, ਉਹ ਵੀ ਹੁਣ ਇਸ ਰਸਤੇ 'ਤੇ ਹੈ। ਰਾਜਨੀਤੀ ਦੇ ਦਬਾਅ ਕਾਰਨ ਕਹਿ ਲਓ ਕਿ ਉਹ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਜੋ ਠੇਸ ਪਹੁੰਚਾਉਂਦਾ ਇਤਿਹਾਸ ਹੈ, ਲਿਟਰੇਚਰ ਹੈ, ਉਹ ਛਾਪਣ ਵਾਸਤੇ ਮਜਬੂਰ ਹੋ ਚੁੱਕੀ ਹੈ ਔਰ ਉਸਨੇ ਛਪਾਇਆ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਰਦਾਸ ਦੇ ਵਿੱਚ ਇਹ ਜੋ ਪੌੜੀ ਅਸੀਂ ਪੜ੍ਹਦੇ ਹਾਂ ਵਾਰਿਸ ਜੀ ਭਗੌਤੀ ਜੀ ਕੀ, ਇਹ ਦੁਰਗਾ ਦਾ ਪਾਠ ਹੈ। ਦੁਰਗਾ ਦਾ ਪਾਠ ਕਿਉਂ ਹੈ? ਜਿਹੜੀ ਅਸਲ ਵਿੱਚ ਵਾਰ ਦੁਰਗਾ ਕੀ ਹੈ, ਉਸ ਵਿੱਚ ਕਵੀ ਆਪ ਹੀ ਲਿਖਦਾ ਹੈ। ਇਸ ਵਾਰ ਦੀਆਂ 55 ਪੌੜੀਆਂ ਹਨ। ਸੋ 55ਵੀਂ ਜੋ ਪੌੜੀ ਹੈ, ਆਖਰੀ ਪੌੜੀ ਹੈ, ਉਸ ਵਿੱਚ ਕਵੀ ਆਪ ਹੀ ਕਹਿ ਰਿਹਾ ਕਿ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ। ਕਮਾਲ ਹੈ। ਕਵੀ ਕਹਿੰਦਾ ਮੈਂ ਇਹ ਜੋ 55 ਪੌੜੀਆਂ ਲਿਖੀਆਂ ਹਨ, ਇਹ ਮੈਂ ਦੁਰਗਾ ਦਾ ਪਾਠ ਬਣਾਇਆ ਹੈ। ਸੋ ਕਵੀ ਦੀ ਇਹ ਉਗਾਹੀ ਜੋ ਹੈ, ਇਸ ਨੂੰ ਅੱਖੋਂ ਪਰੋਖੇ ਕਰਕੇ, ਇਸ ਨੂੰ ਪਰੇ ਸੁੱਟ ਕੇ ਪਹਿਲੀ ਪੌੜੀ ਜਿਹੜੀ ਸੀ ਦੁਰਗਾ ਦੇ ਪਾਠ ਵਾਲੀ, ਉਸ ਨੂੰ ਸਿੱਖਾਂ ਦੀ ਅਰਦਾਸ ਵਿੱਚ ਸ਼ਾਮਲ ਕਰਨਾ, ਇਹ ਇੱਕ ਬਹੁਤ ਵੱਡਾ ਧੋਖਾ ਸੀ ਸਿੱਖ ਪੰਥ ਨਾਲ, ਜਿਸ ਨੂੰ ਉਸ ਸਮੇਂ ਦੇ ਜੋ ਵਿਦਵਾਨ ਸਨ
ਉਹਨਾਂ ਨੇ ਗੌਰ ਨਾਲ ਇਸ ਨੂੰ ਵਾਚਿਆ ਨਹੀਂ। ਇਸ ਦਾ ਸਪਸ਼ਟ ਭਾਵ ਹੈ ਕਿ 1925 ਵਿੱਚ ਬਣੀ RSS, ਜਿਸ ਦਾ ਦਫ਼ਤਰ ਉਸ ਵੇਲੇ ਸਥਾਪਿਤ ਹੋ ਚੁੱਕਾ ਸੀ ਅਤੇ ਹੈੱਡਕੁਆਰ ਜਿਸ ਦੇ ਉਹ ਪ੍ਰੈਜ਼ੀਡੈਂਟ ਸਨ ਉਸ ਸਮੇਂ, ਜਿਹੜੇ ਕਿ 1940 ਤੱਕ ਰਹੇ ਆ। ਅਤੇ ਇੱਥੋਂ ਸਪਸ਼ਟ ਹੈ ਕਿ ਇਸ ਕਮੇਟੀ ਜੋ 25ਵੀਂ ਮੈਂਬਰੀ ਕਮੇਟੀ ਸੀ, ਇਸ ਵਿੱਚ ਕੁਝ ਸਰਕਾਰੀ ਬੰਦੇ ਵੀ ਸਨ। ਸਰਕਾਰੀ ਤੋਂ ਭਾਵ ਹੈ ਅੰਗਰੇਜ਼ੀ ਸਰਕਾਰ ਵੱਲੋਂ ਚੁਣੇ ਗਏ ਜੋ 36 ਮੈਂਬਰ ਸਨ, ਉਹ ਵੀ ਇਸ ਕਮੇਟੀ ਵਿੱਚ ਸ਼ਾਮਲ ਸਨ। ਸੋ ਕਿਹਾ ਜਾ ਸਕਦਾ ਹੈ ਕਿ ਇਹ ਰਚਨਾਵਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਅਰਦਾਸ ਪਾਈਆਂ, ਜਿਸ ਦਾ ਕੋਈ ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ ਸੀ, ਸਿੱਖੀ ਸਿਧਾਂਤਾਂ ਤੋਂ ਬਿਲਕੁਲ ਇਹ ਦੂਰ ਸਨ, ਇਹ ਇਹਨਾਂ ਮੈਂਬਰਾਂ ਦਾ ਹੱਥ ਹੈ। ਅਤੇ ਉਸ ਸਮੇਂ RSS ਦਾ ਦਫ਼ਤਰ ਬਣ ਚੁੱਕਾ ਸੀ, ਉਹਨਾਂ ਦਾ ਵੀ ਇਸ ਵਿੱਚ ਹੱਥ ਹੈ। ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਉਕਸਾ ਕੇ, ਸਿੱਖਾਂ ਨੂੰ ਵਰਗਲਾ ਕੇ, ਜਾਂ ਸਿੱਖਾਂ ਨੂੰ ਬਾਏ ਕਰਕੇ ਕਹਿ ਸਕਦੇ ਹਾਂ, ਇਹ ਜੋ ਰਚਨਾ ਜਿਹੜੀ ਹੈ ਵਿੱਚ ਸ਼ਾਮਿਲ ਕੀਤੀ ਗਈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਸਨ। 22 ਵਾਰਾਂ ਵਿੱਚੋਂ ਕੋਈ ਵੀ ਪੌੜੀ ਲੈ ਕੇ ਸ਼ੁਰੂ ਵਿੱਚ ਪਾਈ ਜਾ ਸਕਦੀ ਸੀ। ਬਹੁਤ ਸਾਰੇ ਹੋਰ ਸ਼ਲੋਕ ਹਨ, ਰਚਨਾਵਾਂ ਹਨ, ਜਿਹੜੀਆਂ ਅਰਦਾਸ ਨਾਲ ਸੰਬੰਧ ਰੱਖਦੀਆਂ ਹਨ, ਉਹਨਾਂ ਵਿੱਚੋਂ ਕੋਈ ਪਹਿਰਾ ਪਾਇਆ ਜਾ ਸਕਦਾ ਸੀ। ਇਹ ਪੌੜੀ ਪਾਉਣ ਨਾਲ ਜੋ ਸਿੱਖ ਹਨ ਉਹ ਹੁਣ ਕੇਸ਼ਾਧਾਰੀ ਹਿੰਦੂ ਅਖਵਾ ਰਹੇ ਹਨ। ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕੇਸ਼ਾਧਾਰੀ ਹਿੰਦੂ ਹਨ। ਕਿਉਂਕਿ ਦੁਰਗਾ ਦਾ ਪਾਠ ਉਹ ਪਹਿਲਾਂ ਕਰਦੇ ਹਨ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਖੜ੍ਹੇ ਹੋ ਕੇ ਅਰਦਾਸ ਹੁੰਦੀ ਹੈ। ਸੋ ਅਰਦਾਸ ਤਾਂ ਗੁਰੂ ਅੱਗੇ ਕਰਨੀ ਸੀ, ਅਕਾਲ ਪੁਰਖ ਅੱਗੇ ਕਰਨੀ ਸੀ, ਅਤੇ ਖੜ੍ਹੇ ਵੀ ਅਰਦਾਸ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਅੱਗੇ ਹੁੰਦੇ ਹਨ, ਪਰ ਪਹਿਲਾਂ ਦੁਰਗਾ ਨੂੰ ਚੇਤੇ ਕਰਦੇ ਹਨ, ਪਹਿਲਾਂ ਦੁਰਗਾ ਮਾਈ ਦੀ ਆਰਾਧਨਾ ਕਰਦੇ ਹਨ, ਫਿਰ ਬਾਬੇ ਨਾਨਕ ਦਾ ਨਾਮ ਬਾਚ ਲਿਆ ਜਾਂਦਾ ਹੈ। ਸੋ ਇਸ ਤਰ੍ਹਾਂ ਸਾਨੂੰ ਇਹ ਦੁਰਗਾ ਦਾ ਪਾਠ ਜਿਹੜਾ ਪੜ੍ਹਾਇਆ, ਇਸ ਖਰੜੇ ਨੇ ਪੜ੍ਹਾਇਆ, ਜਿਹਦਾ ਨਾਂ ਸਿੱਖ ਰਹਿਤ ਮਰਿਆਦਾ ਬਣਿਆ। ਇਸ ਖਰੜੇ ਤੋਂ ਹੀ ਹੁਣ ਤੱਕ ਸਿੱਖਾਂ ਦੇ ਵਿੱਚ ਫੁੱਟ ਦੇ ਬੀਜ ਜੋ ਖਰੜੇ ਨੇ ਬੀਜੇ ਸਨ, ਉਹ ਬਹੁਤ ਪੁੰਗਰ ਚੁੱਕੇ ਹਨ, ਔਰ ਉਹਨਾਂ ਨਾਲ ਬਹੁਤ ਤਕੜੀ ਫੁੱਟ ਜਿਹੜੀ ਪੈ ਚੁੱਕੀ ਹੈ। ਤੋ ਸਿੱਖਾਂ ਦਾ ਸੰਬੰਧ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਸੀ। ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਗੁਰੂ ਸੀ, ਜਿਸ ਨੂੰ ਥਾਪਿਆ ਗਿਆ ਸੀ। ਪਰ ਇਸ ਤੋਂ ਬਾਅਦ ਦੀਆਂ ਜੋ ਰਚਨਾਵਾਂ ਲੈ ਕੇ ਸਾਡਾ ਨਿਤਨੇਮ ਵੀ ਬਦਲਿਆ ਗਿਆ, ਅਰਦਾਸ ਵੀ ਜਿਹੜੀ ਹੈ ਉਹ ਦੁਰਗਾ ਵਾਲੀ ਕੀਤੀ ਗਈ। ਸੋ ਇਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਸਿੱਖਾਂ ਨੂੰ ਹਿੰਦੂ ਬਣਾਉਣ ਵਿੱਚ ਇਹ ਰਚਨਾਵਾਂ ਸਾਰੀਆਂ ਮਦਦ ਕਰ ਰਹੀਆਂ ਹਨ। ਸੋ ਕਹਿ ਸਕਦੇ ਹਾਂ ਕਿ ਕਵੀ ਦੀ ਗੱਲ ਕਿ ਜਿਸ ਨੇ ਇਹ ਵਾਰ ਲਿਖੀ ਸੀ, ਉਹ ਖੁਦ ਹੀ ਕਹਿ ਰਿਹਾ ਸੀ ਕਿ ਮੈਂ ਦੁਰਗਾ ਦਾ ਪਾਠ ਬਣਾਇਆ। ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਸੀ, ਜਾਂ 25ਵੀਂ ਮੈਂਬਰੀ ਕਮੇਟੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਸੀ ਕਿ 1 ਤੋਂ ਲੈ ਕੇ 55 ਤੱਕ ਸਾਰੀਆਂ ਪੌੜੀਆਂ ਦੁਰਗਾ ਦਾ ਪਾਠ ਹੈ। ਇਹ ਨਹੀਂ ਕਿ ਪਹਿਲੀ ਪੌੜੀ ਚੁੱਕ ਕੇ ਇੱਧਰ ਕਰਕੇ ਪਾ ਲਓ ਕਿ ਇਹਦਾ ਅਕਾਲ ਪੁਰਖ ਦਾ ਪਾਠ ਬਣ ਗਿਆ। ਇਹ 'ਚ ਕੋਈ ਅਕਾਲ ਪੁਰਖ ਦਾ ਪਾਠ ਨਹੀਂ, ਇਹ 'ਚ ਕੋਈ ਅਕਾਲ ਪੁਰਖ ਦੀ ਗੱਲ ਨਹੀਂ, ਇਹ 'ਚ ਅਕਾਲ ਪੁਰਖ ਲੜਨ ਨਹੀਂ ਆਉਂਦਾ। ਇਹ ਜੋ ਦੁਰਗਾ ਕੀ ਵਾਰ ਹੈ, ਇਹਦੇ ਵਿੱਚ ਦੁਰਗਾ ਕੌਣ ਹੈ? ਦੁਰਗਾ ਪਾਰਵਤੀ ਹੈ, ਜਿਸ ਦਾ ਨਾਂ ਸ਼ਿਵਾ ਵੀ ਲਿਖਿਆ ਗਿਆ। ਇਹ ਔਰਤ ਹੈ, ਔਰ ਇਸੇ ਔਰਤ ਕੋਲੋਂ ਹੀ ਜਿਹੜਾ ਵਰ ਮੰਗਿਆ ਸੀ ਕਵੀ ਨੇ, ਦੇ ਸ਼ਿਵਾ ਵਰ ਮੋਹੇ ਇਹ ਸ਼ਿਵਾ ਇਹੀ ਔਰਤ ਹੈ ਜਿਹਦਾ ਨਾਂ ਦੁਰਗਾ ਹੈ, ਜਿਹਦਾ ਨਾਂ ਪਾਰਵਤੀ ਹੈ, ਜਿਹਦੇ ਨਾਲ ਗਿਰਜਾ ਵੀ ਹੈ, ਜਿਹਦਾ ਨਾਂ ਕਾਲਕਾ ਵੀ ਹੈ, ਜਿਹਦਾ ਨਾਂ ਭਵਾਨੀ ਵੀ ਹੈ। ਸੋ ਕਈ ਨਾਂ ਕਵੀ ਨੇ ਇਹ ਵਾਰ ਲਿਖਦਿਆਂ ਇਸ 'ਤੇ ਵਰਤੇ ਹਨ। ਸੋ ਇਹ ਜੋ ਲੜਾਈ ਹੈ ਦੈਂਤਾਂ ਦੀ ਅਤੇ ਦੁਰਗਾ ਦੀ, ਇਹ ਇਸ ਕਰਕੇ ਹੁੰਦੀ ਹੈ ਕਿ ਇੰਦਰ ਦੇਵਤੇ ਦਾ ਰਾਜ ਦੈਂਤ ਖੋਹ ਲੈਂਦੇ ਹਨ, ਅਤੇ ਇੰਦਰ ਦੇਵਤਾ ਆਪਣੇ ਬਾਕੀ ਦੇਵਤਿਆਂ ਸਮੇਤ ਦੁਰਗਾ ਦੀ ਸ਼ਰਨ ਵਿੱਚ ਜਾਂਦਾ ਹੈ। ਦੁਰਗਾ ਜਿਹੜੀ ਹੈ ਇਹ ਕਿਤੇ ਇਸ਼ਨਾਨ ਕਰਨ ਵਾਸਤੇ ਨਿਕਲਦੀ ਹੈ। ਇਹ ਗੱਲਾਂ ਸਾਨੂੰ ਸਾਰੀਆਂ ਚੰਡੀ ਚਰਿੱਤਰ ਨੰਬਰ 1, ਚੰਡੀ ਚਰਿੱਤਰ ਨੰਬਰ 2 ਇਹਨਾਂ ਵਿੱਚੋਂ ਮਿਲਦੀਆਂ ਹਨ। ਜਿਸ ਤਰ੍ਹਾਂ ਕਿਤਕ ਦਿਵਸ ਬੀਤੇ ਨਾਵਣ ਨਿਕਸੀ ਦੇਵ, ਨਿਕਸੀ ਸ਼ਬਦ ਜਿਹੜਾ ਹੈ ਔਰਤ ਵਾਸਤੇ ਵਰਤਿਆ ਜਾਂਦਾ ਹੈ। ਨਿਕਸਿਤ ਵਾ ਨਿਕਲੀ, ਦੇਵੀ ਨਹਾਉਣ ਨਿਕਲੀ। ਇਸ ਦਾ ਮਤਲਬ ਸ਼ਿਵਾ ਜਿਹੜੀ ਦੇਵੀ ਸੀ, ਸ਼ਿਵਾ ਸ਼ਿਵ ਜੀ ਦਾ ਨਾਂ ਨਹੀਂ ਹੈ, ਦੇਵੀ ਹੈ। ਇਹ ਦੁਰਗਾ ਹੈ, ਇਹ ਪਾਰਵਤੀ ਹੈ। ਇਸ ਦੇ ਕੋਲ ਇੰਦਰ ਨੇ ਪੁਕਾਰ ਕੀਤੀ, ਸਾਡਾ ਰਾਜ ਖੋਹ ਲਿਆ। ਅਤੇ ਦੁਰਗਾ ਨੇ ਕਿਹਾ ਕੋਈ ਗੱਲ ਨਹੀਂ, ਮੈਂ ਦੈਂਤਾਂ ਨੂੰ ਮਾਰ ਕੇ ਤੁਹਾਡਾ ਰਾਜ ਤੁਹਾਨੂੰ ਵਾਪਸ ਕਰਾਵਾਂਗੀ, ਤੁਸੀਂ ਚਿੰਤਾ ਨਾ ਕਰੋ। ਵਾਰ ਦੁਰਗਾ ਕੀ ਵਿੱਚ ਵੀ
इस औरत का नाम लिखिया माता का दुर्गा का कि दुर्गा दे नाल शाह वरत के ये चंडी दी जां वार दुर्गा के विच भी ये शब्द वरत्या गया है। सो ये जो वार दुर्गा की सी इसकी पौड़ी जिहड़ी है इसनों अरदास च पाया गया। भगौती का अर्थ हुण तक स्पष्ट हो जाना चाहिए कि यह अकाल पुरख नहीं है, क्योंकि इत्थे दुर्गा लड़ रही है। दुर्गा दैंतां नाल लड़ रही है ते दैंतां नूं मार के राज वापस इंद्र दे हवाले करती है ते दुर्गा की जयकार होंदी है। वार दुर्गा के विच इन्ना विस्तार नहीं है जिन्ना चंडी चित्र नंबर 1 ते 2 विच विस्तार है। वार दुर्गा की शॉर्ट रचना है। इहदे विच दुर्गा की जयकार नहीं दिखाई गई। दुर्गा की जयकार दुर्गा की आरती उतारी जाती है, इंद्र की आरती उतारी जाती है। ये चंडी चित्र नंबर 1 ते 2 विचों ये सारियां गल्लां विस्तार नाल मिलदियां हन। सो ये दुर्गा की वार की पौड़ी है। ये भगौती जो है ये इसका सिखां दे नाल इहदा सिमरन का कोई संबंध नहीं है। किते गुरु ग्रंथ साहब विच ये एक भी वाक नहीं आउंदा कि दुर्गा का जाप करो जां दुर्गा नूं सिमरो। प्रथम भगवती सिमर के भगवती नूं सिमरन का किते एक लफ्ज़ भी नहीं है, किते एक पंक्ति भी नहीं है। तो ये पता नहीं साडे विद्वान किवें धोखा खा गए जिन्हां नूं ये चंगी लगी ये पौड़ी वार दुर्गा की शामिल की है। सो इस तरह सिੱਖੀ भावना जिहड़ियां आ ਉਹ ਉਹਨਾਂ ਨੂੰ बहुत ठेस पहुँच चुकी है। इन्हां तो बचण वास्ते की इलाज है? बहुत सारे सिख कहते हैं कि तुसीं इस नूं बदल नहीं सकते, ये श्रोमणी कमेटी ने बनाई हुई है। ठीक है, श्रोमणी कमेटी ने बनाई हुई है। श्रोमणी कमेटी इस नूं बदलण वास्ते बिल्कुल तैयार नहीं, क्योंकि उस दी रचनावां दसदियां हन कि वो आप इस रास्ते तुर चुकी है जिथे सिੱਖੀ विचारधारा नूं गंधला किया गया है, कलंकित किया गया है। जिवें उन्होंने किताब छापी है सिखों का इतिहास। सो वो इस नूं कदी भी बदलण वास्ते तैयार नहीं हो सकती, क्योंकि राजनीति कारण RSS का इन्ना गलबा वध चुका है कि उन्हां दे मूहों हमेशा गल्लां जिहड़ियां यही निकलदियां हन जिहड़ियां RSS चाहुंदे, RSS जो जथेबंदी चाहुंदी है। सो ये ਤਾਂ ਸੰਗਤਾਂ ਉਪਰਾਲਾ ਕਰ ਸਕਦੀਆਂ। ਜਿਵੇਂ ਗੁਰਦੁਆਰਾ ਕਲੀਵਲੈਂਡ ਹੈ, ਗੁਰਦੁਆਰਾ ਫਿਨਲੈਂਡ ਹੈ, ਉੱਥੇ ਦੀਆਂ ਸੰਗਤਾਂ ਨੇ ਪ੍ਰਬੰਧਕਾਂ ਨਾਲ ਮਿਲ ਕੇ ਉਹਨਾਂ ਨੇ ਇਹ ਜੋ ਭਗੌਤੀ ਦੇ ਸਿਮਰਨ ਵਾਲੀ ਪੌੜੀ ਸੀ ਉਹਨਾਂ ਨੇ ਕੱਢ ਦਿੱਤੀ ਹੈ। ਤਾਂ ਇਸ ਤੋਂ ਬਿਨਾਂ ਹੀ ਅਰਦਾਸ ਕੀਤੀ ਜਾਂਦੀ ਹੈ। ਇਸ ਤਰ੍ਹਾਂ ਹੀ ਇੰਡੀਆ ਵਿੱਚ ਵੀ ਪੰਜ ਖਾਲਸਾ ਦੀਵਾਨ ਭਦੌੜ ਵਾਲਿਆਂ ਨੇ ਕਦੀ ਵੀ ਭਗੌਤੀ ਦੀ ਇਹ ਪੌੜੀ ਜਿਹੜੀ ਅਰਦਾਸ ਨਹੀਂ ਪੜ੍ਹੀ। ਅੱਜ ਤੱਕ ਉਹਨਾਂ ਨੂੰ ਕਿਸੇ ਨੇ ਕੋਈ ਨੁਕਸਾਨ नहीं पहुँचाया, कोई श्री अकाल तख्त ने सद्या नहीं तुसीं क्यों किया, क्योंकि ये लागू ही नहीं है। तो मल्लो मल्ली इसनों कथावाचक जिहड़े हन वो लागू करने दी गल्लां करदे हन। बिल्कुल लागू नहीं है, तख्तों पर लागू नहीं है, एकसार नहीं है, डेरे में लागू नहीं है। सो अरदास वाली ये जो ये पहली पौड़ी है इसनों जरूर बदलण दी लोड़ है। गुरु ग्रंथ साहिब विचों बहुत सारियां रचनावां हन जिहड़ियां असीं शुरू विच कह सकदे हां। 10 गुरु साहिबान के नाम लैके शुरू कर सकते हैं। ग्रंथ साहिब विचों कोई होर पंक्तियां लैके अरदास वाली शुरू कर सकते हैं। सो ये भगौती शब्द जो है इहदा अर्थ दुर्गा है, इहदा अर्थ दुर्गा देवी है, दुर्गा माता है। ये दुर्गा जिहड़ी है पार्वती है, शिव जी की घरवाली है, जिसके वख-वख नाम हैं ते वो ये अरदास विच पाई गई है। सो भगौती का अर्थ अकाल पुरख नहीं है, किसी भी ढंग नाल अकाल पुरख नहीं है। तो इस रचना नूं अगाह पातशाह 10वीं लैके फिर सिखां दे विश्वास बनाने वास्ते जोड़ दिता गया भी ये रचना जिहड़ी है ये गुरु साहिबान दी कीती हुई है। सो बिल्कुल ये रचनावां जिहड़ियां हन गुरु ग्रंथ साहिब तो बाहर दियां वो गुरु दर्जा नहीं रखदियां, उन्होंने कोई गुरु दर्जा प्राप्त नहीं है। तो सतगुरु पातशाह बाणी कहंदी सतगुरु बिना होर कच्ची है बाणी, बाणी तो कच्ची सतगुरु बाजों होर कच्ची बाणी। केवल गुरु ग्रंथ साहिब दी रचनावां जिहड़ियां हन राग वाला तो बिना वो सारियां पक्कियां रचनावां सच्चियां रचनावां हन। तो सिख इन्हां नाल ही जुड़न तां सिखां दा भला है।
ਸਿੱਖਾਂ ਵਿੱਚ ਏਕਤਾ ਹੋ ਸਕਦੀ ਹੈ। ਜੋ ਕੱਚੀਆਂ ਰਚਨਾਵਾਂ ਹਨ ਉਹ ਸਿੱਖਾਂ ਨੂੰ ਕਿਸੇ ਤਰੱਕੀ ਦੇ ਰਾਹ ਦੇ ਉੱਤੇ ਨਹੀਂ ਪਾ ਰਹੀਆਂ, ਸਗੋਂ ਉਹਨਾਂ ਨਾਲ ਪੰਥ ਵਿੱਚ ਬਹੁਤ ਸਾਰੀ ਫੁੱਟ ਜਿਹੜੀ ਹੈ ਇਸ ਵੇਲੇ ਪੈ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।